12ਵਾਂ ਮਾਝ ਸਾਹਿਬ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕੱਤਕ ਦੇ ਮਹੀਨੇ ਦੁਆਰਾ ਸਾਨੂੰ ਸਾਰਿਆਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਗੁਰੂ ਖਾਲਸਾ ਜੀ, ਕੱਤਕ ਦਾ ਇਹ ਮਹੀਨਾ ਸਤਿਗੁਰਾਂ ਦੀ ਐਸੀ ਬਖਸ਼ਿਸ਼ ਵਾਲਾ ਮਹੀਨਾ ਕਹਿ ਸਕਦੇ ਹਾਂ। ਸਾਡੇ ਲਈ ਭਾਗਾਂ ਭਰਿਆ ਤਾਂ ਹੈ ਕਿਉਂਕਿ ਇਸ ਮਹੀਨੇ 'ਚ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਧਾਰਿਆ। ਬੰਦੀ ਛੋੜ ਦਿਵਸ ਵੀ ਸਮੁੱਚਾ ਖਾਲਸਾ ਪੰਥ ਇਸੇ ਮਹੀਨੇ 'ਚ ਹੀ ਮਨਾਉਂਦਾ ਹੈ। ਆਓ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੱਤਿਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਕੱਤਕ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ। ਜਿਹੋ ਜਿਹੋ ਜਿਹੇ ਜੀਵ ਕਰਮ ਕਰਦੇ ਨੇ, ਜਿਹੋ ਜਿਹੇ ਜੀਵਾਂ ਨੇ ਕਰਮ ਕਮਾਏ ਨੇ, ਅਸੀਂ ਜਿੰਨੇ ਕਰਮ ਕਮਾਏ ਨੇ, ਉਹਨਾਂ ਕੀਤੇ ਹੋਏ ਕਰਮਾਂ ਦੇ ਮੁਤਾਬਕ ਹੀ ਫਲ ਪ੍ਰਾਪਤ ਹੁੰਦਾ ਹੈ। ਕਿਸੇ ਦੂਜੇ ਨੂੰ ਦੋਸ਼ ਨਹੀਂ ਦੇ ਸਕਦੇ, ਨਾ ਹੀ ਯੋਗ ਹੈ ਕਿ ਅਸੀਂ ਕਿਸੇ ਦੂਜੇ ਨੂੰ ਦੋਸ਼ ਦੇਈਏ। ਜੋ ਮੈਂ ਕੀਤਾ ਹੈ ਉਹ ਮੈਂ ਪਾ ਰਿਹਾ। ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣਿਆ। ਜੋ ਅਸੀਂ ਕਰਮ ਕੀਤੇ ਨੇ ਉਹਦਾ ਫਲ ਮਿਲਦਾ। ਕਰਮਾਂ ਦੀ ਖੇਡ ਇਤਨੀ ਸੂਖਮ ਤੋਂ ਸੂਖਮ ਹੁੰਦੀ ਚਲੀ ਜਾਂਦੀ ਹੈ ਕਿ ਬਹੁਤ ਸਾਰੇ ਕਰਮਾਂ ਨੂੰ ਕਰਦਿਆਂ ਸਾਡੇ ਹਿਰਦੇ 'ਚ ਵਿਸਿਮਰਤੀ ਹੋ ਜਾਂਦੀ ਹੈ। ਸਾਡੇ ਚਿੱਤ ਚੇਤੇ 'ਚੋਂ ਚਲਿਆ ਜਾਂਦਾ ਵੀ ਇਹ ਕਰਮ ਮੈਂ ਕੀਤਾ ਹੈ ਜਾਂ ਮੇਰੇ ਕੋਲੋਂ ਹੋਇਆ ਹੈ। ਪਰ ਜਦੋਂ ਉਹਦਾ ਫਲ ਪ੍ਰਾਪਤ ਹੁੰਦਾ ਹੈ ਫਿਰ ਅਸੀਂ ਕਹਿੰਦੇ ਹਾਂ ਵੀ ਇਹ ਕਿਹੜੇ ਕਰਮ ਦਾ ਫਲ ਹੈ, ਮੈਂ ਤਾਂ ਕੀਤਾ ਨਹੀਂ। ਐਸਾ ਨਹੀਂ ਹੁੰਦਾ। ਕੀਤਾ ਹੈ ਤਾਂ ਚਾਹੇ ਉਹ ਸੁੱਖ ਦੇ ਰੂਪ ਵਿੱਚ ਮਿਲੇ, ਚਾਹੇ ਉਹ ਦੁੱਖ ਦੇ ਰੂਪ ਵਿੱਚ ਮਿਲੇ, ਮਾਣ ਦੇ ਰੂਪ ਵਿੱਚ ਮਿਲੇ, ਅਪਮਾਨ ਦੇ ਰੂਪ ਵਿੱਚ ਮਿਲੇ, ਉਸਤਤ ਦੇ ਰੂਪ ਵਿੱਚ ਮਿਲੇ, ਨਿੰਦਾ ਦੇ ਰੂਪ ਵਿੱਚ ਮਿਲੇ, ਸਾਡੇ ਆਪਣੇ ਕੀਤੇ ਕਰਮ ਨੇ। ਪਰਮੇਸ਼ਰ ਨੇ ਤੇ ਸਾਡੇ ਕੀਤੇ ਕਰਮਾਂ ਦੇ ਉੱਤੇ ਸਾਨੂੰ ਸੰਸਾਰ ਵੱਲ ਪ੍ਰੇਰਨਾ। ਕੋਈ ਵੀ ਮਨੁੱਖ ਖੜਾ ਹੈ, ਉਹਨੂੰ ਕਹੋ ਕਿ ਤੂੰ ਆਪਣੀ ਇੱਕ ਲੱਤ ਚੁੱਕ ਲੈ ਤੇ ਇੱਕ ਤੇ ਖਲੋ ਜਾ। ਹੁਣ ਇੱਕ ਲੱਤ ਸੱਜੀ ਚੁੱਕਣੀ ਹੈ ਕਿ ਖੱਬੀ ਚੁੱਕਣੀ ਹੈ, ਇਹ ਮਨੁੱਖ ਨੇ ਡਿਸਾਈਡ ਕਰਨਾ ਵੀ ਮੈਂ ਕਿਹੜੀ ਲੱਤ ਚੁੱਕਣੀ। ਚੁੱਕ ਲਵੇ, ਉਸ ਤੋਂ ਬਾਅਦ ਦੂਸਰੀ ਲੱਤ ਚੁੱਕਣ ਵਾਸਤੇ ਇਹਦੇ ਕੋਲ ਤਾਕਤ ਨਹੀਂ ਹੈ। ਜੀਵ ਨੂੰ ਪਰਮੇਸ਼ਰ ਨੇ ਬੁੱਧੀ ਪ੍ਰਦਾਨ ਕੀਤੀ ਹੈ। ਕਰਮ ਕਰਨ ਤੋਂ ਪਹਿਲਾਂ ਉਹਦੇ ਕੋਲ ਵਿਚਾਰ ਹੁੰਦੀ ਹੈ ਵੀ ਮੈਂ ਕਰਾਂ ਕਿ ਨਾ ਕਰਾਂ, ਸੱਜੀ ਲੱਤ ਚੁੱਕਾਂ ਕਿ ਖੱਬੀ ਚੁੱਕਾਂ। ਜਦੋਂ ਇਹ ਫੈਸਲਾ ਕਰਕੇ ਕੋਈ ਕਰਮ ਕਰ ਲੈਂਦਾ, ਉਸ ਤੋਂ ਬਾਅਦ ਇਹਦੇ ਹੱਥ ਵਿੱਚ ਕੁਝ ਨਹੀਂ ਰਹਿ ਜਾਂਦਾ। ਉਹਦਾ ਫਲ ਫਿਰ ਪਰਮਾਤਮਾ ਦੇ ਹੱਥ ਵਿੱਚ ਹੈ ਵੀ ਉਹਨੇ ਇਹਨੂੰ ਕੀ ਦੇਣਾ, ਉਹਦੇ ਇਸ ਨੂੰ ਕਿਹੜਾ ਕਰਮ ਭੁਗਤਾਉਣਾ। ਇਸ ਕਰਕੇ ਕਿਸੇ ਵੀ ਜੀਵ ਨੂੰ ਜਾਂ ਕਿਸੇ ਵੀ ਦੂਜੇ ਨੂੰ ਕੀ ਦੋਸ਼ ਦਈਏ।
ਤਦੇ ਤੇ ਆਸਾ ਜੀ ਦੀ ਵਾਰ ਚ ਰੋਜ਼ ਸਤਿਗੁਰੂ ਸਾਨੂੰ ਸੁਚੇਤ ਕਰਦਿਆਂ ਕਹਿੰਦੇ ਆ, ਜੀਵ ਐ ਸਿੱਖਾ ਵੇਖੀ ਕਰਮ ਚੰਗੇ ਕਰੀ, ਕਿਉਂਕਿ ਆਪਣਾ ਕੀਤਾ ਪਾਉਣਾ ਪੈਂਦਾ। ਜੇ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਬੁਰੇ ਕੰਮ ਨਾ ਕਰੀ। ਤੋ ਸਾਹਿਬ ਕਹਿੰਦੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕਿਸੇ ਦੂਜੇ ਨੂੰ ਦੋਸ਼ ਦੇਣਾ ਯੋਗ ਨਹੀਂ। ਜੋ ਤੂੰ ਕਰਮ ਕਮਾਏ ਨੇ ਉਸੇ ਦਾ ਫਲ ਤੈਨੂੰ ਪ੍ਰਾਪਤ ਹੋ ਰਿਹਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਸ ਦੁਨੀਆ ਵਿੱਚ ਬੜੇ ਬੜੇ ਪਾਪ ਦੱਸੇ ਜਾਂਦੇ ਨੇ। ਅਗਰ ਕੋਈ ਸਭ ਤੋਂ ਵੱਡਾ ਪਾਪ ਹੈ, ਸਭ ਤੋਂ ਵੱਡਾ ਪਾਪ, ਤਾਂ ਉਹ ਪਾਪ ਹੈ ਪਰਮੇਸ਼ਰ ਨੂੰ, ਰੱਬ ਨੂੰ ਭੁਲਾ ਦੇਣਾ। ਇਹ ਪਾਪ ਸਭ ਤੋਂ ਵੱਡਾ ਪਾਪ ਹੈ। ਜਦੋਂ ਕੋਈ ਇਹ ਪਾਪ ਕਰਦਾ ਹੈ ਤਾਂ ਫਿਰ ਦੁਨੀਆ ਦੇ ਸਾਰੇ ਪਾਪ ਆ ਕੇ ਘੇਰ ਲੈਂਦੇ ਆ। ਵਿਆਪਨ ਸਭੇ ਰੋਗ, ਫਿਰ ਸਾਰੇ ਪਾਪ ਇਸ ਮਨੁੱਖ ਨੂੰ ਆ ਕੇ ਘੇਰ। ਕਿਉਂਕਿ ਰੱਬ ਭੁਲਾਇਆ ਤੇ ਝੂਠ ਬੋਲਿਆ। ਜੇ ਰੱਬ ਚੇਤੇ ਹੁੰਦਾ ਤੇ ਨਾ ਬੋਲਦਾ। ਪਰਮੇਸ਼ਰ ਨੂੰ ਭੁਲਾਇਆ ਤੇ ਨਿੰਦਾ ਕਰਨ ਲੱਗ ਪਿਆ। ਜੇ ਰੱਬ ਚੇਤੇ ਹੋਵੇ ਤੇ ਕਿਉਂ ਨਿੰਦਾ ਕਰੇ ਕਿਸੇ ਦੀ। ਪਰਮੇਸ਼ਰ ਨੂੰ ਭੁਲਾਇਆ ਤੇ ਚੋਰੀ ਕੀਤੀ ਹੈ। ਜੇ ਰੱਬ ਚੇਤੇ ਹੁੰਦਾ ਤੇ ਕਿਉਂ ਚੋਰੀਆਂ ਕਰਦਾ। ਪਰਮੇਸ਼ਰ ਦਾ ਭੈ ਹੁੰਦਾ ਹਿਰਦੇ 'ਚ, ਕਿਉਂ ਕਰਦਾ। ਦੁਨੀਆ ਦਾ ਸਭ ਤੋਂ ਵੱਡਾ ਪਾਪ ਹੈ ਪਰਮੇਸ਼ਰ ਨੂੰ ਭੁਲਾ ਦੇਣਾ। ਤੇ ਪਾਤਸ਼ਾਹ ਕਹਿੰਦੇ, ਜਦੋਂ ਪਰਮੇਸ਼ਰ ਭੁੱਲਦਾ ਹੈ ਤਾਂ ਦੁਨੀਆ ਦੇ ਸਾਰੇ ਰੋਗ ਆ ਕੇ ਵਿਆਪਦੇ ਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਦਵੈਸ਼, ਨਿੰਦਾ, ਚੁਗਲੀ, ਜਿੰਨੇ ਵੀ ਰੋਗ ਨੇ, ਇਹ ਸਾਰੇ ਰੋਗ ਆ ਕੇ ਉਹਨਾਂ ਮਨੁੱਖਾਂ ਨੂੰ ਘੇਰਾ ਪਾ ਲੈਂਦੇ ਐ, ਵੇੜ ਲੈਂਦੇ ਆਲੇ ਦੁਆਲਿਓਂ, ਜਿਨ੍ਹਾਂ ਦੇ ਹਿਰਦਿਆਂ ਚੋਂ ਪਰਮੇਸ਼ਰ ਭੁੱਲਿਆ ਹੋਇਆ, ਅਕਾਲ ਪੁਰਖ ਭੁੱਲਿਆ ਹੋਇਆ। ਹਾਂਜੀ। ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਜਿਹੜੇ ਉਸ ਰਾਮ ਤੋਂ ਵੇਮੁਖ ਹੁੰਦੇ ਨੇ, ਉਹਨਾਂ ਨੂੰ ਜਨਮਾਂ ਜਨਮਾਂ ਦੇ ਵਿਜੋਗ ਵਿਆਪਦੇ। ਜਨਮ ਜਨਮਾਂਤਰਾਂ ਦੇ ਵਿਜੋਗ ਉਹਨਾਂ ਜੀਵਾਂ ਨੂੰ ਵਿਆਪਦੇ ਹੈ, ਜਿਹੜੇ ਆਪਣੇ ਸਾਹਿਬ ਤੋਂ, ਆਪਣੇ ਮਾਲਕ ਤੋਂ ਵੇਮੁਖ ਹੋ ਜਾਂਦੇ ਹਨ। ਵੇਮੁਖਾਂ ਨੂੰ ਨਾ ਇੱਥੇ ਥਾਂ ਮਿਲਦੀ ਹੈ ਨਾ ਉੱਥੇ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਆਨੰਦ ਬਾਣੀ 'ਚ ਫੈਸਲਾ ਕਰ ਦਿੰਦੇ ਕਿ ਜੇ ਕੋਈ ਗੁਰੂ ਤੋਂ ਵੇਮੁਖ ਹੋ ਜਾਏ, ਉਹ ਯਾਦ ਰੱਖੇ ਬਿਨਾਂ ਗੁਰੂ ਤੋਂ ਉਹਨਾਂ ਨੂੰ ਕਿਤੇ ਮੁਕਤੀ ਪ੍ਰਾਪਤ ਨਹੀਂ ਹੋਣੀ। ਸਾਹਿਬ ਕਹਿੰਦੇ, ਭਾਵੇਂ ਵਿਵੇਕੀਆਂ ਕੋਲੋਂ, ਵਿਚਾਰਵਾਨਾਂ ਕੋਲੋਂ, ਗਿਆਨੀਆਂ ਕੋਲੋਂ ਪੁੱਛ ਲਓ, ਗੁਰੂ ਬਿਨਾਂ ਮੁਕਤੀ ਨਹੀਂ ਹੋਣੀ। ਅਨੇਕ ਜਨਮਾਂ ਦੇ ਵਿੱਚ ਭਰਮਣ ਤੋਂ ਬਾਅਦ ਵੀ ਗੁਰੂ ਨੇ ਹੀ ਬੰਦ ਖਲਾਸੀ ਕਰਨੀ। ਮੂਲਾ ਗੁਰੂ ਨਾਨਕ ਸਾਹਿਬ ਤੋਂ ਬੇਮੁਖ ਹੋ ਗਿਆ, ਮਰ ਗਿਆ, ਸੱਪ ਲੜਿਆ ਤੇ ਮੌਤ ਹੋ ਗਈ। ਜਿਉਂ ਭਟਕਦਾ ਭਰਮ ਦਾ ਸਮਾਂ ਬੀਤਿਆ ਕਈ ਜੋਨੀਆਂ 'ਚ, ਅਖੀਰ ਬਾਜਾਂ ਵਾਲੇ ਗੁਰੂ ਕਲਗੀਧਰ ਨੇ ਤੀਰ ਮਾਰ ਕੇ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਦੀ ਬੰਦ ਖਲਾਸੀ ਕੀਤੀ। ਗੁਰੂ ਬਿਨਾਂ ਮੁਕਤੀ ਨਹੀਂ ਹੋਈ। ਇਸ ਕਰਕੇ ਪਾਤਸ਼ਾਹ ਕਹਿੰਦੇ, ਜਿਹੜੇ ਆਪਣੇ ਗੁਰੂ ਤੋਂ, ਆਪਣੇ ਸਾਹਿਬ ਤੋਂ, ਰਾਮ ਤੋਂ ਵੇਮੁਖ ਹੋ ਜਾਂਦੇ ਨੇ, ਉਹਨਾਂ ਨੂੰ ਜਨਮਾਂ ਜਨਮਾਂ ਦੇ ਵਿਜੋਗ, ਕਹੀਏ ਵਿਛੋੜੇ ਲੱਗ ਜਾਂਦੇ ਆ। ਉਹ ਵਿਛੜੇ ਹੋਏ ਦੁੱਖ ਪਾਉਂਦੇ ਹਨ। ਖਿਨ ਮਹਿ ਕੌੜੇ ਹੋਏ ਗਏ, ਜਿਤੜੈ ਮਾਇਆ ਭੋਗ। ਕਹਿੰਦੇ ਜਿੰਨੇ ਇਹ ਮਾਇਆ ਦੇ ਭੋਗ ਨੇ, ਇੱਕ ਖਿਨ 'ਚ ਕੌੜੇ ਹੋ ਗਏ। ਇੱਕ ਖਿਨ 'ਚ ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ।
ਆ ਜਿਹੜੇ ਮਾਇਆ ਦੇ ਭੋਗ ਪਦਾਰਥ ਨੇ, ਜਦੋਂ ਸਰੀਰ ਚੋਂ ਪ੍ਰਾਣ ਨਿਕਲਦੇ ਆ ਨਾ ਤੇ ਇੱਕ ਛਿਨ ਚ ਸਭ ਕੌੜੇ, ਕਿਸੇ ਕੰਮ ਦੇ ਨਹੀਂ। ਮੁਰਦੇ ਦੇ ਕੋਈ ਵਸਤੂ ਕੰਮ ਆਉਂਦੀ ਹੈ ਫਿਰ ਉਸ ਵਕਤ? ਜੋ ਕੁਝ ਨੇ ਸਾਰੀ ਜ਼ਿੰਦਗੀ ਜੋੜਿਆ ਇਕੱਠਿਆ ਕੀਤਾ ਹੁੰਦਾ, ਇੱਕ ਖਿੰਨ ਚ ਸਭ ਕੌੜੇ ਹੋ ਗਏ ਇਹਦੇ ਲਈ। ਹਾਂਜੀ, ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਕਹਿੰਦੇ ਰੋਜ਼ ਕਿਹਦੇ ਕੋਲ ਆਪਣੇ ਰੋਣੇ ਰੋਵੇਂਗਾ? ਜਿਹੜਾ ਇਹ ਤੇਰਾ ਵਿਛੋੜਾ ਹੈ ਨਾ ਉਸ ਪ੍ਰਮਾਤਮਾ ਨਾਲੋਂ, ਇਹਦੀ ਵਿਚੋਲਗੀ ਨਹੀਂ ਕਿਸੇ ਹੋਰ ਨੇ ਕਰਨੀ। ਵਿੱਚ ਦਾ ਮਤਲਬ ਹੁੰਦਾ ਵਿਚੋਲਗੀ। ਕਿਸੇ ਨੂੰ ਦੁੱਖ ਰੋਵੇਂਗਾ ਆਪਣੇ ਵਿਛੋੜੇ ਕਰਕੇ ਤੇ ਦੁਖੀ ਹੋਵੇਂਗਾ ਨਾ, ਰੋਜ਼ ਹੀ ਦੁੱਖ ਪਾਏਗਾ ਕੋਈ ਨਾ ਕੋਈ ਰੱਬ ਤੋਂ ਵਿਛੜ ਕੇ। ਤੇ ਜੇ ਤੂੰ ਆਖੇ ਵੀ ਜੇ ਕਿਸੇ ਨੂੰ ਦੁੱਖ ਸੁਣਾਵਾਂਗਾ, ਮਹਾਰਾਜ ਕਹਿੰਦੇ ਰੋਜ਼ ਰੋਈ ਚੱਲ ਕਿਸੇ ਕੋਲ, ਕਿਸੇ ਨੇ ਵਿਚੋਲਗੀ ਕਰਕੇ ਤੇਰਾ ਇਹ ਦੁੱਖ ਦੂਰ ਥੋੜੀ ਕਰ ਦੇਣਾ ਵਿਛੋੜੇ ਦਾ। ਹਾਂਜੀ, ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਤੇਰੇ ਆਪਣੇ ਕੀਤਿਆਂ ਕੁਝ ਨਹੀਂ ਹੋਣਾ। ਹੁਣ ਜੋ ਤੂੰ ਕਰਮ ਕੀਤੇ ਸੀ ਉਹ ਪ੍ਰਮਾਤਮਾ ਨੇ ਧੁਰ ਦਰਗਾਹ ਤੋਂ ਤੇਰੇ ਮੱਥੇ ਤੇ ਸੰਜੋਗ ਪਾ ਦਿੱਤੇ, ਲੇਖ ਲਿਖ ਦਿੱਤੇ। ਉਹਦਾ ਯੋਗ ਤੇਰੇ ਮੱਥੇ ਤੇ ਬਣਾ ਦਿੱਤਾ ਪਰਮੇਸ਼ਰ ਨੇ, ਕਿਉਂਕਿ ਪਰਾਲਬਧ ਲੈ ਕੇ ਆਏ ਆ ਅਸੀਂ ਸੰਸਾਰ 'ਚ। ਪਰਾਲਬਧ ਸਾਡੇ ਹੀ ਕੀਤੇ ਕਰਮਾਂ ਦੀ ਬਣੀ ਹੈ, ਜਿਹੜੇ ਸਾਡੇ ਸੰਚਿਤ ਕਰਮ। ਜਿਵੇਂ ਪੜੋਲੇ 'ਚ ਬੀਜ ਰੱਖਿਆ ਹੁੰਦਾ ਨਾ, ਕਣਕ ਰੱਖੀ ਹੁੰਦੀ ਹੈ, ਉਹਦੇ ਵਿੱਚੋਂ ਕੁਝ ਕਣਕ ਕੱਢ ਕੇ ਜ਼ਿਮੀਂਦਾਰ ਫਸਲ ਬੀਜ ਦਿੰਦਾ ਹੈ। ਜਿਹੜੇ ਬੀਜ ਦਿੱਤੇ ਨੇ ਉਹ ਹੁਣ ਉਗਣੇ ਹੀ ਉਗਣੇ ਨੇ। ਸਾਡੇ ਜਿਹੜੇ ਸੰਚਿਤ ਕਰਮ ਸੀ, ਪ੍ਰਮਾਤਮਾ ਨੇ ਉਹਨਾਂ ਸੰਚਿਤ ਕਰਮਾਂ ਚੋਂ ਕੁਝ ਕਰਮ ਕੱਢੇ, ਉਹਦਾ ਫਲ ਭੁਗਤਣ ਲਈ ਸਾਡੀ ਇਹ ਦੇਹ ਦੀ ਰਚਨਾ ਕਰਕੇ ਸੰਸਾਰ 'ਚ ਭੇਜ ਦਿੱਤਾ। ਉਹਨੂੰ ਕਹਿੰਦੇ ਨੇ ਪਰਾਲਬਧ। ਹੁਣ ਜੋ ਲਿਖ ਦਿੱਤੀ ਆ ਪਰਾਲਬਧ, ਉਹ ਭੋਗਣੀ ਪਵੇਗੀ। ਜੈਸੀ ਲਿਖ ਦਿੱਤੀ ਆ ਉਹ ਭੋਗਣੀ। ਮਹਾਂਪੁਰਸ਼ਾਂ, ਆਤਮ ਗਿਆਨੀਆਂ, ਬ੍ਰਹਮ ਗਿਆਨੀਆਂ ਨੇ ਵੀ ਪਰਾਲਬਧ ਭੋਗੀ ਹੈ। ਹਾਂਜੀ, ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਬਿਯੋਗ। ਬੇਨਤੀ ਕਰਕੇ ਪੁੱਛਿਆ, ਮਹਾਰਾਜ ਇਹ ਵਿਛੋੜੇ ਦਾ ਦੁੱਖ ਦੂਰ ਕਿਵੇਂ ਹੋਵੇ? ਇਹ ਵਿਛੋੜਾ ਦੂਰ ਕਿਵੇਂ ਹੋਵੇਗਾ? ਤਾਂ ਸਾਹਿਬ ਕਹਿੰਦੇ ਜਿਨ੍ਹਾਂ ਦੇ ਭਾਗ ਵੱਡੇ ਹੁੰਦੇ ਨੇ ਉਹਨਾਂ ਨੂੰ ਮੇਰਾ ਸਾਹਿਬ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਿਲ ਜਾਂਦਾ ਹੈ। ਜਦੋਂ ਮਿਲਦਾ ਆਪ ਖੁਦ, ਤਾਂ ਫਿਰ ਇਹਦੇ ਸਾਰੇ ਵਿਯੋਗ, ਸਾਰੇ ਵਿਛੋੜੇ ਉਤਰ ਜਾਂਦੇ ਨੇ, ਲੱਥ ਜਾਂਦੇ ਹਨ। ਨਾਨਕ ਕੋ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਬੇਨਤੀ ਕਰਦਿਆਂ ਕਹਿੰਦੇ, ਹੇ ਮੇਰੇ ਸਾਹਿਬ ਬੰਧਨ ਕੱਟਣ ਵਾਲੇ ਸਾਹਿਬ ਜੀਓ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਕਿਰਪਾ ਕਰਕੇ ਮੈਨੂੰ ਰੱਖ ਲਓ ਬੰਦੀ ਛੋੜ ਸਤਿਗੁਰੂ। ਹੇ ਬੰਧਨਾਂ ਨੂੰ ਕੱਟਣ ਵਾਲੇ ਗਰੀਬ ਨਵਾਜ ਸਾਹਿਬ ਜੀ, ਮੈਨੂੰ ਆਪਣੀ ਸ਼ਰਨ 'ਚ ਰੱਖ ਲਓ, ਮੈਂ ਤੁਹਾਡੀ ਪਨਾਹ ਵਿੱਚ ਹਾਂ। ਸਤਿਗੁਰ ਮਮ ਬੇਰੀ ਕਟੋ, ਸਤਿਗੁਰ ਮਮ ਬੇਰੀ ਕਟੋ, ਨਿਜ ਬੇਰੀ ਪਰ ਚਾੜ, ਇਸ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਸਤਿਗੁਰ ਮਮ ਬੇਰੀ ਕਟੋ, ਮਹਾਰਾਜ ਮੇਰੀਆਂ ਬੇੜੀਆਂ ਕੱਟ ਦਿਓ, ਮੈਨੂੰ ਬੰਧਨਾਂ ਤੋਂ ਮੁਕਤ ਕਰ ਦਿਓ, ਬੰਦੀ ਛੋੜ ਸਤਿਗੁਰੂ ਜੀ, ਮੈਂ ਤੁਹਾਡੀ ਸ਼ਰਣ ਵਿੱਚ ਹਾਂ। ਕਤਿਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਕੱਤਕ ਦੇ ਮਹੀਨੇ 'ਚ ਜਿਹੜੇ ਮਾਈ ਭਾਈ ਸਾਧ ਸੰਗਤ ਵਿੱਚ ਜੁੜਦੇ ਨੇ, ਪੰਚਮ ਪਾਤਸ਼ਾਹ ਕਹਿੰਦੇ ਉਹਨਾਂ ਦੀਆਂ ਸਾਰੀਆਂ ਸੋਚਾਂ ਚਿੰਤਾਵਾਂ ਦੂਰ ਹੋ ਜਾਂਦੀਆਂ। ਜਿਹੜੇ
ਕੱਤਕ ਦੇ ਮਹੀਨੇ 'ਚ ਗੁਰੂ ਕੀ ਸੰਗਤ ਵਿੱਚ ਨਿਤ ਜੁੜਦੇ ਨੇ, ਰੋਜ਼ ਬਿਨਾਂ ਨਾਗਾ। ਸਾਹਿਬ ਕਹਿੰਦੇ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ, ਸਾਰੇ ਫਿਕਰ ਦੂਰ ਹੋ ਜਾਂਦੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਕੱਤਕ ਦਾ ਇਹ ਮਹੀਨਾ ਸਤਿਗੁਰਾਂ ਦੀ ਸੇਵਾ ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ ਸੁੱਖਾਂ ਦਾ ਬਤੀਤ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ, ਬੇਨਤੀ ਹੈ ਕਿ ਜੋ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਚੱਲ ਰਹੀ ਹੈ, ਅੱਜ ਸ਼ਾਮ ਨੂੰ 4:30 ਤੋਂ 5:30 ਵਜੇ ਤੱਕ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਦੀ ਸਮਾਪਤੀ ਹੋਵੇਗੀ। ਉਪਰੰਤ ਸ੍ਰੀ ਗੁਰੂ ਨਾਨਕ ਸਾਹਿਬ ਦਾ ਪਾਵਨ ਇਤਿਹਾਸ ਪ੍ਰਾਰੰਭ ਹੋਵੇਗਾ। ਅਰਦਾਸ ਬੇਨਤੀ ਹੋਵੇਗੀ, ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ਾਮ ਦੇ ਸਮਾਗਮਾਂ ਵਿੱਚ, ਕਥਾ ਦੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਪਰਿਵਾਰਾਂ ਸਮੇਤ ਗੁਰੂ 9ਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਜਿਹੜੇ ਲੱਡੂਆਂ ਦੀ ਸੇਵਾ ਕਰਨਾ ਚਾਹੁੰਦੇ ਹੋ, ਲੱਡੂ ਲਿਆਓ, ਮਹਾਰਾਜ ਜੀ ਦੇ ਯੱਗਾਂ ਵਿੱਚ ਸ਼ਮੂਲੀਅਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।